ਇੱਥੇ ਪ੍ਰੋਟੈਸਟ ਕੀਤਾ ਗਿਆ ਹੈ, ਸਾਰੇ ਜਥੇਬੰਦੀ ਰਲ ਕੇ ਕੀਤਾ। ਤੁਸੀਂ ਇਸ ਨੂੰ ਕਿਸ ਐਂਗਲ ਨਾਲ ਦੇਖਦੇ ਹੋ? ਇਹ ਸਭ ਤੋਂ ਪਹਿਲੇ ਤੇ ਸਾਰਿਆਂ ਨੂੰ ਜੋ ਵਿਊਜ਼ ਤੁਹਾਡੇ ਦੇਖ ਰਹੇ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਜਿਹੜਾ ਜੰਮੂ ਵਿੱਚ ਪ੍ਰੋਟੈਸਟ ਹੋਇਆ ਹੈ ਉਹ ਇਨ ਸੋਲੀਡੈਰਿਟੀ ਹੈ ਉਹਨਾਂ ਸਾਰਿਆਂ ਕਿਸਾਨਾਂ ਦੇ ਨਾਲ ਜਿਹੜੇ 3 ਕਿਸਾਨੀ ਬਿੱਲ ਜਿਹੜੇ ਕਿਸਾਨਾਂ ਲਈ ਬਿੱਲ ਲੈ ਕੇ ਆਈ ਹੈ ਸਰਕਾਰ, ਉਹਨਾਂ ਦੇ ਖਿਲਾਫ ਦਿੱਲੀ ਵਿੱਚ ਜਿਹੜਾ ਪ੍ਰੋਟੈਸਟ 'ਤੇ ਬੈਠੇ ਨੇ ਉਹਨਾਂ ਦਾ ਸਮਰਥਨ ਦਿੰਦੇ ਹੋਏ ਆ। ਕਿਉਂਕਿ ਕਿਸਾਨ ਅਸੀਂ ਜੇ ਰੋਟੀ ਖਾਂਦੇ ਹਾਂ, ਜਿਹੜੇ ਅਸੀਂ ਆਪਣੀ ਘਰ ਕੋਈ ਵੀ ਕਾਰਜ ਘਰ ਵਿੱਚ ਲੋਕ ਬੈਠੇ ਨੇ, ਜਿਹੜੇ ਅਸੀਂ ਰੋਟੀ ਖਾਂਦੇ ਹਾਂ ਉਹ ਰੋਟੀ ਕਿੱਧਰੋਂ ਆਈ ਹੈ? ਉਹ ਕਿਸਾਨ ਹੈ, ਅੰਨਦਾਤਾ ਕਿਸਾਨ ਹੈ ਇਸ ਦੇਸ਼ ਦਾ, ਜਿਹਦੀ ਉਗਾਇਆ ਹੋਇਆ ਅਨਾਜ ਉਹਦੀ ਅਸੀਂ ਰੋਟੀ ਖਾਂਦੇ ਹਾਂ। ਅਤੇ ਜਦ ਉਹ ਅੱਜ ਸੜਕਾਂ 'ਤੇ ਹੈ ਤੇ ਕਿਆ ਇਸ ਦੇਸ਼ ਦੇ ਹਰ ਉਸ ਨਾਗਰਿਕ ਦਾ ਫਰਜ਼ ਨਹੀਂ ਬਣਦਾ ਕਿ ਉਹਨਾਂ ਦਾ ਸਾਥ ਦੇਵੇ, ਉਹਨਾਂ ਦਾ ਸਮਰਥਨ ਦੇਵੇ? ਸਾਡੀ ਮੰਗ ਇਹੋ ਹੈ ਕਿ ਤੁਸੀਂ ਜਿਹੜੇ ਬਿੱਲ ਲਿਆਂਦਾ, ਇਹ ਕਿਸਾਨੀ ਬਿੱਲ ਤੁਸੀਂ ਲਿਆਂਦੇ, 3 ਫਾਰਮਸ ਬਿੱਲ ਤੁਸੀਂ ਲਿਆਏ, ਤੁਸੀਂ ਕਿਸੇ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ। ਕਿਸਾਨ ਉਸਲੇ ਪ੍ਰੋਟੈਸਟ 'ਤੇ ਬੈਠਾ ਸੀ, ਸਟੇਟ ਵਿੱਚ ਪ੍ਰੋਟੈਸਟ ਹੋ ਰਿਹਾ ਸੀ, ਤੁਸੀਂ ਉਹਨਾਂ ਵੱਲ ਧਿਆਨ ਨਹੀਂ ਦਿੱਤਾ। ਬਟ ਅੱਜ ਜਿਹੜੇ ਕਿਸਾਨ ਦਿੱਲੀ ਆ ਕੇ ਬੈਠ ਗਿਆ ਹੈ ਤੇ ਤੁਸੀਂ ਉਹਨਾਂ ਨੂੰ ਗੱਲਬਾਤ ਲਈ ਬੁਲਾ ਰਹੇ ਹੋ, ਜੋ ਕਿ ਬਹੁਤ ਪਹਿਲੇ ਹੋਣਾ ਚਾਹੀਦਾ ਸੀ। ਅੱਜ ਜਿਹੜੇ ਇੰਨਾ ਵੱਡਾ ਤੁਹਾਡਾ ਇਹ ਜਿਹੜਾ ਪ੍ਰੋਟੈਸਟ ਹੋਇਆ, ਇੰਨਾ ਮੁਜ਼ਾਹਰਾ ਇੰਨਾ ਵੱਡਾ ਹੋਇਆ ਹੈ, ਇਹਦਾ ਸਿਰਫ ਉਸ ਕਿਸਾਨ ਲਈ ਹੈ ਜਿਹੜਾ ਇਸ ਦੇਸ਼ ਦਾ ਅੰਨਦਾਤਾ ਹੈ। ਬਟ ਉਸ ਸਰਕਾਰ ਦੇ ਉਸ ਤਾਨਾਸ਼ਾਹੀ ਕਰਕੇ ਅੱਜ ਉਸ ਸੜਕਾਂ 'ਤੇ ਬੈਠਾ ਔਰ ਇਸ ਕਿਸਾਨੀ ਬਿੱਲ ਦੇ ਖਿਲਾਫ ਉਹ ਵਿਰੋਧ ਕਰ ਰਿਹਾ ਹੈ। ਕਿਉਂਕਿ ਕਿਧਰੇ ਨਾ ਕਿਧਰੇ ਪੰਜਾਬ, ਹਰਿਆਣਾ, ਯੂਪੀ ਦੇ ਉੱਤੇ ਪੂਰੇ ਦੇਸ਼ ਦੇ ਕਿਸਾਨਾਂ ਦਾ ਸਮਰਥਨ ਜਿਹੜਾ ਸਾਰਾ ਦੇਸ਼ ਜਿਹੜਾ ਉਹ ਇਕੱਠਾ ਹੋ ਗਿਆ ਹੈ। ਜੋ ਕੋਈ ਸਰਕਾਰ ਨਹੀਂ ਕਰ ਸਕੀ ਉਹ ਕਿਸਾਨਾਂ ਨੇ ਕੀਤਾ ਹੈ। ਉਹਨਾਂ ਨੇ ਪੂਰੇ ਦੇਸ਼ ਨੂੰ ਜਿਹੜਾ ਇੱਕ ਤਰ੍ਹਾਂ ਦਾ ਯੂਨਾਈਟ ਕੀਤਾ ਹੈ। ਇਹ ਹਿਸਟੋਰੀਕਲ ਮੂਵਮੈਂਟ ਹੈ ਕਿ ਉੱਥੇ ਅਸੀਂ ਜਾ ਕੇ ਦੇਖੋ, ਉਹਨਾਂ ਦਾ ਜਜ਼ਬਾ ਦੇਖੋ ਅੰਨਦਾਤਿਆਂ ਦਾ, ਕਿ ਜਾ ਕੇ ਉੱਥੇ ਸਿਰਫ ਉਹ ਆਪਣੇ ਲਈ ਰੋਟੀ ਨਹੀਂ, ਲੰਗਰ ਨਹੀਂ ਪਕਾ ਰਹੇ। ਜਿਹੜਾ ਗਰੀਬ ਹੈ ਕੋਈ ਵੀ ਆ ਕੇ ਉੱਥੇ ਲੰਗਰ ਛਕ ਸਕਦਾ। ਅਤੇ ਅੱਜ ਮੈਂ ਕਹਾਂਗਾ ਕਿ ਜਿਹੜਾ ਇਹ ਜਿਹੜਾ ਪ੍ਰਦਰਸ਼ਨ ਹੈ ਜਿਹੜਾ ਅੱਜ ਇੱਥੇ ਜੰਮੂ ਕਸ਼ਮੀਰ ਹੋਇਆ ਹੈ, ਜੰਮੂ ਕਸ਼ਮੀਰ ਦੇ ਕਿਸਾਨ, ਜੰਮੂ ਕਸ਼ਮੀਰ ਦਾ ਆਮ ਨਾਗਰਿਕ, ਉਹ ਕਿਸੇ ਵੀ ਵਰਗ ਦਾ ਹੋਏ, ਉਹ ਕਿਸਾਨਾਂ ਦੇ ਨਾਲ ਖੜਾ ਹੈ। ਹਾਂ, ਕੋਈ ਪਾਰਟੀ ਨਾਲ ਸੰਬੰਧਿਤ ਹੈ, ਬੀਜੇਪੀ ਨਾਲ ਜਾਂ ਕਾਂਗਰਸ ਨਾਲ, ਉਹਦਾ ਮੈਂ ਨਹੀਂ ਕਹਿ ਸਕਦਾ। ਬਟ ਜਿਹੜਾ ਆਮ ਨਾਗਰਿਕ ਹੈ ਉਹਨੂੰ ਉਸ ਦਰਦ ਪਤਾ ਹੈ ਉਹਨਾਂ ਕਿਸਾਨਾਂ ਦਾ ਜਿਹੜੇ ਉੱਤੇ ਸੜਕਾਂ 'ਤੇ ਬੈਠੇ ਨੇ। ਸਰਕਾਰ ਇਸ ਕਰੋਨਾ ਦੇ ਦੌਰ ਦੇ ਵਿੱਚ ਇਹ ਬਿੱਲ ਲਿਆ ਕੇ ਰਾਤੋਂ ਰਾਤ ਤੇ ਕਿਸਾਨਾਂ ਦੀਆਂ ਇਨਕਮਾਂ ਡਬਲ ਤੇ ਕਰਨ ਨਹੀਂ ਵਾਲੀ, ਕਿਉਂਕਿ ਇਹ ਸਟਰਕਚਰਲ ਚੇਂਜ ਹੈ। ਔਰ ਜਿਹੜੇ ਕੋਈ ਸਟਰਕਚਰਲ ਚੇਂਜ ਆਉਂਦਾ ਹੈ ਉਹਨਾਂ ਨੂੰ 10 ਸਾਲ 20 ਸਾਲ ਵੀ ਲੱਗ ਜਾਂਦੇ ਨੇ। ਅਤੇ ਸਰਕਾਰ ਨੂੰ ਕੀ ਹੈ ਕਿ ਇਹ ਬਿੱਲਾਂ ਨੂੰ ਵਾਪਸ ਲੈ ਕੇ ਸਲਾਹ ਮਸ਼ਵਰਾ ਕਰਕੇ ਇਹ ਬਿੱਲ ਦੁਬਾਰਾ ਸਰਕਾਰ ਜਿਹੜੀ ਹੈ ਉਹ ਪੇਸ਼ ਕਰੇ, ਡਿਸਕਸ ਕਰੇ, ਪਾਰਲੀਮੈਂਟ ਵਿੱਚ ਡਿਸਕਸ਼ਨ ਹੋਏ। ਹੁਣ ਕਿਸਾਨ ਮੰਗ ਕੇ ਰਹੇ ਹਨ। ਬੀਜੇਪੀ ਸਰਕਾਰ ਨੇ ਆਪ ਕਿਹਾ ਕਿ ਅਸੀਂ MS ਸਵਾਮੀਨਾਥਨ ਦੀ ਰਿਪੋਰਟ ਪੂਰੀ ਲਾਗੂ ਕਰਾਂਗੇ। ਉਹਦੇ ਵਿੱਚ MSP ਦੀ ਗੱਲ ਕੀਤੀ ਗਈ ਹੈ। ਕਿਸਾਨ ਕਹਿੰਦੇ ਪਏ ਨੇ MSP ਨੂੰ ਲੀਗਲ ਰਾਈਟ ਮਿਲਣਾ ਚਾਹੀਦਾ। ਹੁਣ ਸਰਕਾਰ ਕਹਿੰਦੀ ਹੈ ਕਿ ਜਿਹੜੇ ਕੋਆਪਰੇਟ ਹਨ ਉਹ ਪ੍ਰੋਕਿਓਰ ਕਰਨਗੇ ਅਨਾਜ ਨੂੰ MSP ਤੋਂ ਵੱਧ। ਜੇ ਅਗਰ MSP ਤੋਂ ਵੱਧ ਤੁਹਾਡਾ ਕੋਆਪਰੇਟ ਅਨਾਜ ਖਰੀਦੇਗਾ ਤੇ ਫਿਰ MSP ਨੂੰ ਲੀਗਲ ਰਾਈਟ ਕਰਨ ਵਿੱਚ ਸਰਕਾਰ ਨੂੰ ਹਰਜ ਕੀ ਹੈ? ਜੇ ਸਰਕਾਰ ਨੂੰ ਪਤਾ ਹੈ ਕਿ ਕੋਆਪਰੇਟ ਅਗਰ 1800 ਰੁਪਏ ਪਰ ਕੁਇੰਟਲ ਅੱਜ ਪੰਜਾਬ ਦਾ ਕਿਸਾਨ ਜਿਹੜੀ ਆਪਣੀ ਉਪਜ ਹੈ ਉਹ ਵੇਚ ਰਿਹਾ ਸਰਕਾਰ ਨੂੰ, ਤੇ ਅਗਰ 2000 ਵਿੱਚ ਕੋਆਪਰੇਟ ਖਰੀਦੇਗਾ ਤੇ 1800 ਰੁਪਏ MSP ਲੀਗਲ ਰਾਈਟ ਸਰਕਾਰ ਨੂੰ ਕਰਨ ਵਿੱਚ ਕੀ ਹਰਜ ਹੈ? ਇਹਦਾ ਮਤਲਬ ਹੈ ਸਰਕਾਰ ਦੀ ਪਿੱਛੇ ਮਨਸ਼ਾ ਠੀਕ ਨਹੀਂ ਹੈ। ਦੂਸਰੀ ਗੱਲ, ਜਿਹੜਾ ਕਿਸਾਨ ਮੰਗ ਰਿਹਾ ਉਹ ਕਹਿ ਰਿਹਾ ਕਿ ਪਾਰਲੀਮੈਂਟ ਦੇ ਵਿੱਚ ਇਹਨਾਂ ਬਿੱਲਾਂ ਦੀ ਪੂਰਾ ਸਲਾਹ ਮਸ਼ਵਰਾ ਹੋਣਾ ਚਾਹੀਦਾ ਹੈ। MSP ਮੰਡੀ ਸਿਸਟਮ ਲਾਗੂ ਹੋਣਾ ਚਾਹੀਦਾ ਹੈ। ਜੇ ਸਰਕਾਰ ਨੂੰ ਲੱਗਦਾ ਹੈ APMC ਗਲਤ ਹੈ, ਮੰਡੀ ਸਿਸਟਮ ਵਿੱਚ ਗਲਤ ਹੈ, ਜਿਹੜੇ ਮਿਡਲਮੈਨ ਨੂੰ ਗਲਤ ਹਨ, ਤੇ ਉਹਨਾਂ ਵਿੱਚ ਚੇਂਜਿਸ ਲਿਆਉਣ। ਹੁਣ ਨਵਾਂ ਬਿੱਲ ਕੀ ਕਹਿੰਦਾ ਹੈ? ਨਵਾਂ ਬਿੱਲ ਕਹਿੰਦਾ ਹੈ ਨਵਾਂ ਬਿੱਲ MSP APMC ਦੀ ਗੱਲ ਨਹੀਂ ਕਰਦਾ, ਮੰਡੀ ਦੀ ਵੀ ਗੱਲ ਨਹੀਂ ਕਰਦਾ। ਉਹ ਸਿਰਫ 3 ਆਧਾਰ ਕਾਨੂੰਨ ਜਿਹੜੇ ਤੁਹਾਡੇ ਅੱਗੇ ਰੱਖਦਾ ਹੈ। ਲੇਕਿਨ ਮੈਂ ਇਹ ਪੁੱਛਣਾ ਚਾਹਾਂਗਾ ਸਰਕਾਰ ਕੋ, ਬਿੱਲ ਇਹ ਵੀ ਤਾਂ ਨਹੀਂ ਨਾ ਕਹਿੰਦਾ ਕਿ MSP ਰਹੇਗੀ, APMC ਰਹੇਗਾ, ਮੰਡੀ ਰਹੇਗੀ। ਉਹ ਸਿਰਫ ਕਹਿੰਦਾ ਕਿ ਜੋ ਹੈ ਸਿਸਟਮ ਉਹ ਰਹੇਗਾ, ਨਵੇਂ ਕਾਨੂੰਨ ਤੁਸੀਂ ਉੱਥੇ ਲਾਗੂ ਕਰ ਦਿੱਤੇ। ਹੁਣ ਸੋਚਣ ਵਾਲੀ ਗੱਲ ਹੈ, ਬਿਹਾਰ UP ਦੇ ਵਿੱਚ MSP ਮੰਡੀ ਸਿਸਟਮ ਨਹੀਂ ਹੈ। ਉੱਥੇ ਦਾ ਕਿਸਾਨ 400 ਰੁਪਇਆ 500 ਰੁਪਇਆ ਪਰ ਕੁਇੰਟਲ ਵੇਚਦਾ ਹੈ। ਉੱਥੇ ਇੰਨੀ ਗਰੀਬੀ ਹੈ ਕਿ ਉੱਥੇ ਦਾ ਕਿਸਾਨ ਡੇਲੀ ਵੇਜਰ ਬਣ ਕੇ ਆ ਕੇ ਪੰਜਾਬ ਜਾਂ ਹਰਿਆਣਾ ਬਾਕੀ ਵਿੱਚ ਕੰਮ ਕਰ ਰਿਹਾ। ਲੇਕਿਨ ਜਿੱਥੇ ਪੰਜਾਬ ਤੇ ਹਰਿਆਣਾ ਦੇ ਮੰਡੀ ਸਿਸਟਮ ਦੀ ਗੱਲ ਹੈ, ਤੁਹਾਨੂੰ 1800 ਰੁਪਇਆ ਪਰ ਕੁਇੰਟਲ ਤੁਹਾਨੂੰ ਉੱਥੇ ਮਿਲਦਾ ਹੈ। ਦੂਜਾ ਆਰਗੂਮੈਂਟ ਸਰਕਾਰ ਨੇ ਕਿਹਾ ਕਿ ਅਸੀਂ ਮਿਡਲਮੈਨ ਨੂੰ ਖਤਮ ਕਰ ਰਹੇ ਹਾਂ। ਮਿਡਲਮੈਨ ਇਸ ਨਾਲ ਜਿਹੜਾ ਮਿਡਲਮੈਨ ਹੀ ਮੇਨ ਕਰਪਸ਼ਨ ਦਾ ਕਾਰਨ ਹੈ। ਲੇਕਿਨ ਮੈਂ ਸਰਕਾਰ ਨੂੰ ਕਹਿਣਾ ਚਾਹਾਂਗਾ, ਨਵਾਂ ਬਿੱਲ ਤੇ ਇਹ ਕਹਿੰਦਾ, ਪੁਰਾਣਾ ਜਿਹੜਾ ਅਰਹਤੀਆਜ਼ ਹੁੰਦੇ ਸਨ ਉਹ ਲਾਇਸੈਂਸਡ ਹੁੰਦੇ ਸਨ, ਉਹਨਾਂ ਨੂੰ ਲਾਇਸੈਂਸ ਸਰਕਾਰ ਦਿੰਦੀ ਸੀ। ਅੱਜ ਦਾ ਜਿਹੜਾ ਬਿੱਲ ਇਹ ਕਹਿ ਰਿਹਾ ਹੈ ਕਿ ਕਿਸ ਕੋਲ ਵੀ ਪੈਨ ਕਾਰਡ ਹੈ, ਆਧਾਰ ਕਾਰਡ ਹੈ, ਉਹ ਟਰੇਡਰ ਬਣ ਜਾਏਗਾ। ਤੇ ਤੁਸੀਂ ਇੱਕ ਮਿਡਲਮੈਨ ਹਟਾ ਰਹੇ ਹੋ ਤੇ ਹਜ਼ਾਰਾਂ ਮਿਡਲਮੈਨ ਨੂੰ ਹੋਰ ਜਗ੍ਹਾ ਦੇ ਰਹੇ ਹੋ ਕਿ ਆ ਕੇ ਤੁਸੀਂ ਇੱਥੇ ਕੰਮ ਕਰੋ। ਉਸ ਤੋਂ ਬਾਅਦ ਅਗਰ ਕੰਟਰੈਕਟ ਫਾਰਮਿੰਗ ਦੇ ਵਿੱਚ
ਕਿਸਾਨ ਜਿਹੜਾ ਹੈ ਉਹ ਉਪਜ ਪੂਰੀ ਨਹੀਂ ਕਰ ਪਾਇਆ ਜਾਂ ਕੰਟਰੈਕਟ ਪੂਰਾ ਨਹੀਂ ਕਰ ਪਾਇਆ ਤੇ ਡਿਸਪਿਊਟ ਹੋ ਗਿਆ ਕਿਸਾਨ ਤੇ ਕੋਆਪਰੇਟ ਦੇ ਵਿੱਚ, ਉਹ ਡਿਸਪਿਊਟ ਲੈ ਕੇ ਉਹ ਕੋਰਟ ਵਿੱਚ ਵੀ ਨਹੀਂ ਜਾ ਸਕਦਾ। ਉਹ ਮਸਲਾ ਵੀ ਸਰਕਾਰ ਕਹਿੰਦੀ ਹੈ ਡੀਸੀ ਤੇ ਐਸਡੀਐਮ ਕਰੇਗਾ। ਹੁਣ ਜਿਹੜਾ ਕੋਆਪਰੇਟ ਇੰਨਾ ਪੈਸਾ, ਉਹਦੇ ਕੋਲ ਸਭ ਕੁਝ ਰਿਸੋਰਸਿਸ ਹਨ, ਤੇ ਉਹਦੇ ਖਿਲਾਫ ਇੱਕ ਜਿਹੜਾ ਗਰੀਬ ਕਿਸਾਨ ਆ ਉਹ ਕਿਸ ਤਰ੍ਹਾਂ ਲੜੇਗਾ। ਸੋ ਤੀਜਾ ਜਿਹੜਾ ਇਹਨਾਂ ਨੇ ਕਿਹਾ ਕਿ ਐਸੈਂਸ਼ੀਅਲ ਕਮੋਡਿਟੀ ਐਕਟ, ਜਿੱਥੇ ਸਵਾਲ ਚੁੱਕਣਾ ਚਾਹੀਦਾ ਹੈ ਕਿ ਅੱਜ ਤੁਹਾਨੂੰ ਪਤਾ ਹੈ ਕਿ ਅਨਾਜ ਦੀ ਬਲੈਕ ਮਾਰਕੀਟਿੰਗ ਹੁੰਦੀ ਹੈ, ਅਨਾਜ ਦੀ ਹੋਰਡਿੰਗ ਹੁੰਦੀ ਹੈ। ਹੁਣ ਸਰਕਾਰ ਕਹਿ ਰਹੀ ਹੈ ਜੀ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚ ਕਿ ਤੁਸੀਂ ਜਿਹੜਾ ਕੋਆਪਰੇਟ ਹੈ ਉਹ ਵੱਧ ਚੜ ਕੇ ਜਿੰਨਾ ਚਾਹੇ ਸਟਾਕ ਪਾਈਲਿੰਗ ਕਰ ਸਕਦਾ। ਹੁਣ ਜਿਹੜੇ ਜਿਨ੍ਹਾਂ ਕੋਲ ਸਟੋਰੇਜ ਯੂਨਿਟ ਹਨ, ਜਿਹੜੇ ਕੋਆਪਰੇਟ ਜਿਨ੍ਹਾਂ ਕੋਲ ਸਟੋਰੇਜ ਯੂਨਿਟ ਹਨ, ਉਹ ਅਨਾਜ ਖਰੀਦ ਲਵਣਗੇ, ਸਟੋਰ ਕਰ ਲਵਣਗੇ। ਜਿਲੇ ਕੱਲ ਨੂੰ ਪ੍ਰਾਈਸ ਵਧੇਗਾ ਤੇ ਉਹ ਅਨਾਜ ਵੇਚਣਗੇ। ਤੇ ਇਹਦਾ ਜਿਹੜਾ ਇੰਪੈਕਟ ਹੈ ਉਹ ਸਿਰਫ ਕਿਸਾਨਾਂ ਤੇ ਨਹੀਂ ਹੋਏਗਾ, ਇਹਦਾ ਆਮ ਜਨਮਾਨਸ ਤੇ ਵੀ ਹੋਏਗਾ। ਰਾਈਸ ਵੀਟ ਦੇ ਜਿਹੜੇ ਪ੍ਰਾਈਸ ਹਨ ਵਧਣਗੇ, ਆਲਰੇਡੀ ਵੱਧ ਗਏ ਨੇ। ਤੇ ਤੁਸੀਂ ਸੋਚੋ ਨਾ ਕਿ ਇਹ ਸਿਰਫ ਕਿਸਾਨਾਂ ਦੀ ਗੱਲ ਨਹੀਂ ਹੈ, ਇਹ ਦੇਸ਼ ਦੇ ਹਰ ਨਾਗਰਿਕ ਦੀ ਗੱਲ ਹੈ। ਤੇ ਇਹਨਾਂ ਬਿੱਲਾਂ ਦੇ ਉੱਪਰ ਕੋਈ ਗੱਲ ਨਹੀਂ ਕਰ ਰਿਹਾ ਸਰਕਾਰ। ਅਸ਼ੋਰੈਂਸ ਨਾਲ ਗੱਲ ਨਹੀਂ ਨਾ ਬਣੇਗੀ। ਤੁਸੀਂ ਕਿਹਾ ਮੇਕ ਇਨ ਇੰਡੀਆ, ਅਸ਼ੋਰੈਂਸ ਦਿੱਤੀ, ਫੇਲ ਹੋ ਗਿਆ। ਤੁਸੀਂ ਨਮਾਮੀ ਗੰਗੇ ਪ੍ਰੋਜੈਕਟ ਲੈ ਕੇ ਆਏ, ਫੇਲ ਹੋ ਗਿਆ। ਤੁਸੀਂ ਡਿਜੀਟਲ ਇੰਡੀਆ ਲੈ ਕੇ ਆਏ, ਫੇਲ ਹੋ ਗਿਆ। ਤੁਸੀਂ ਡੀਮੋਨੇਟਾਈਜੇਸ਼ਨ ਲੈ ਕੇ ਆਏ, ਫੇਲ ਹੋ ਗਿਆ। ਸਟਾਰਟਅਪ ਇੰਡੀਆ ਲੈ ਕੇ ਆਏ, ਫੇਲ ਹੋ ਗਿਆ। ਤੁਸੀਂ ਫਿਰ ਕਹਿ ਰਹੇ ਹੋ ਜੀ ਸਾਡੇ ਤੇ ਭਰੋਸਾ ਰੱਖੋ, ਅਸ਼ੋਰੈਂਸ ਦੇ ਰਹੇ ਹੋ, ਤੇ ਕੱਲ ਨੂੰ ਜੇ ਫੇਲ ਹੋ ਗਏ ਤੇ ਕਿਸਾਨ ਕਿੱਥੇ ਜਾਵੇਗਾ। ਇਸ ਕਰਕੇ ਇਹਨਾਂ ਬਿੱਲਾਂ ਨੂੰ ਸਰਕਾਰ ਨੂੰ ਵਾਪਸ ਲੈਣਾ ਚਾਹੀਦਾ। ਜਜ਼ਬਾ ਕਿਸਾਨਾਂ ਦਾ ਤੁਸੀਂ ਨਹੀਂ ਤੋੜ ਸਕਦੇ, ਇਹ ਦੇਸ਼ ਕਿਸਾਨਾਂ ਦਾ ਹੈ ਔਰ ਹਰ ਕਿਸਾਨ ਇੱਕ ਸੋਲਜਰ ਹੈ, ਇੱਕ ਵਾਰੀਅਰ ਹੈ। ਉਹਨਾਂ ਦੇ ਹੀ ਇੱਕ ਪਰਿਵਾਰ ਦੇ ਬੱਚੇ ਤੁਹਾਡੇ ਬਾਰਡਰ ਦੀ ਸਰਹੱਦਾਂ ਦੀ ਰੱਖਿਆ ਕਰ ਰਹੇ ਨੇ ਤੇ ਆਪੇ ਉਹ ਸਿੰਘੂ ਬਾਰਡਰ ਤੇ ਬੈਠ ਕੇ ਸਰਕਾਰ ਦੇ ਖਿਲਾਫ ਲੜ ਰਹੇ ਨੇ। ਤੇ ਤੁਸੀਂ ਇਨ ਚੀਜ਼ਾਂ ਨੂੰ ਇਗਨੋਰ ਨਾ ਕਰੋ, ਲੋਕਤੰਤਰ ਨੂੰ ਇਗਨੋਰ ਨਾ ਕਰੋ। ਸਰਕਾਰ ਨੂੰ ਕਿਸਾਨਾਂ ਦੀ ਮੰਗ ਜਿਹੜੀ ਹੈ ਉਹ ਮੰਨਣੀ ਚਾਹੀਦੀ ਹੈ।